ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਤੁਹਾਡੇ ਨਾਲ ਗੁਰੂ ਸਾਹਿਬ ਦੇ ਇੱਕ ਚਮਤਕਾਰ ਦੀ ਗੱਲ ਕਰਾਂਗੇ। ਸ਼ਾਇਦ ਉਸ ਉੱਪਰ ਤੁਹਾਨੂੰ ਯਕੀਨ ਨਾ ਹੋਵੇ। ਆਪਣੇ ਚੈਨਲ ਦੇ ਸਬਸਕ੍ਰਾਈਬ ਮਤਲਬ ਆਪਣਾ ਪਰਿਵਾਰ ਹੁਣ 1.25 ਲੱਖ ਪਾਰ ਕਰ ਗਿਆ ਹੈ। ਉਸ ਲਈ ਤੁਹਾਡਾ ਸਭ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ। ਅੱਗੇ ਵੀ ਇਦਾਂ ਹੀ ਪਿਆਰ ਦਿੰਦੇ ਰਹੋ। ਸੰਗਤ ਜੀ, ਵੀਡੀਓ ਨੂੰ ਲਾਈਕ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣਾ ਜੀ। ਤੁਹਾਡੇ ਨਾਲ ਹੁਣ ਸੱਚੀ ਕਥਾ ਸਾਂਝੀ ਕਰ ਲੈਂਦੇ ਹਾਂ। ਦਰਬਾਰ ਸਾਹਿਬ ਵਿੱਚ ਘਟਨਾਵਾਂ ਹੁੰਦੀਆਂ ਤਾਂ ਤੁਸੀਂ ਆਮ ਹੀ ਸੁਣੀਆਂ ਹੋਣਗੀਆਂ, ਪਰ ਕਈ ਵਾਰ ਇੱਕ ਅਲੌਕਿਕ ਘਟਨਾਵਾਂ ਇੰਨੀਆਂ ਪ੍ਰਤੱਖ ਹੋ ਜਾਂਦੀਆਂ ਹਨ ਕਿ ਨਾ ਚਾਹੁਣ ਵਾਲਿਆਂ ਨੂੰ ਵੀ ਮਜਬੂਰਨ ਮੰਨਣਾ ਹੀ ਪੈਂਦਾ ਹੈ। ਐਸੀ ਹੀ ਘਟਨਾ ਇੱਕ ਗੁਰਮੁਖ ਪਰਿਵਾਰ ਦੇ ਨਾਲ ਹੋਈ, ਜਿਸ ਦੀ ਗਵਾਹੀ ਡਾਕਟਰ ਅਤੇ ਅਖਬਾਰਾਂ ਵੀ ਭਰਨ ਦੇ ਲਈ ਮਜਬੂਰ ਹੋ ਗਈਆਂ। ਰਾਜਸਥਾਨ ਸਟੇਟ ਦੇ ਇੱਕ ਪਿੰਡ ਦੇ ਵਿੱਚ ਇੱਕ ਗੁਰਸਿੱਖ ਪਰਿਵਾਰ ਰਹਿੰਦਾ ਸੀ, ਜਿਨ੍ਹਾਂ ਦੇ ਵਿੱਚ ਹਰਭਜਨ ਸਿੰਘ ਜੀ, ਉਹਨਾਂ ਦੀ ਪਤਨੀ ਅਤੇ ਉਹਨਾਂ ਦੇ ਮਾਤਾ-ਪਿਤਾ ਸਨ। ਹਰਭਜਨ ਸਿੰਘ ਜੀ ਰਾਜਸਥਾਨ ਦੇ ਵਿੱਚ ਤਕੜਾ ਬਿਜ਼ਨਸ ਕਰਦੇ ਸੀ ਅਤੇ ਉਹਨਾਂ ਦੀ ਕੁਝ ਸਮੇਂ ਪਹਿਲਾਂ ਹੀ ਵਿਆਹ ਹੋਇਆ ਸੀ। ਹਰਭਜਨ ਸਿੰਘ ਦੇ ਘਰ ਇੱਕ ਬੇਟੀ ਨੇ ਜਨਮ ਲਿਆ, ਜਿਸ ਨੂੰ ਦੇਖ ਕੇ ਅਜਿਹਾ ਬਿਲਕੁਲ ਵੀ ਨਹੀਂ ਲੱਗਦਾ ਸੀ ਕਿ ਉਹ ਇੱਕ ਅਬਨੋਰਮਲ ਬੱਚੀ ਹੈ ਜਾਂ ਉਸ ਬੱਚੀ ਵਿੱਚ ਕੋਈ ਕਮੀ ਹੋਵੇਗੀ। ਸਾਰਾ ਪਰਿਵਾਰ ਬਹੁਤ ਖੁਸ਼ ਸੀ ਤੇ ਉਹ ਬੱਚੀ ਸਾਰੇ ਪਰਿਵਾਰ ਦੀ ਲਾਡਲੀ ਬਣ ਗਈ। ਉਹ ਹਰ ਇੱਕ ਦਾ ਮਨ ਮੋਹ ਲੈਂਦੀ ਸੀ ਅਤੇ ਉਸ ਦੇ ਚਿਹਰੇ ਤੋਂ ਰੂਹਾਨੀਅਤ ਦੀ ਝਲਕ ਮਿਲਦੀ ਸੀ। ਪਰਿਵਾਰ ਦੇ ਸਾਰੇ ਮੈਂਬਰ ਉਸ ਨੂੰ ਲਾਡ ਕਰਦੇ ਸੀ ਅਤੇ ਚੁੱਕ-ਚੁੱਕ ਕੇ ਖਿਡਾਉਂਦੇ ਸੀ। ਸਮਾਂ ਬੀਤਦਾ ਗਿਆ ਤੇ ਹੁਣ ਬੱਚੀ ਦੀ ਉਮਰ 4 ਸਾਲ ਦੀ ਹੋ ਚੁੱਕੀ ਸੀ। ਉਹ ਸਾਰਾ ਪਰਿਵਾਰ ਉਸ ਬੱਚੀ ਦੇ ਲਈ ਬਹੁਤ ਹੀ ਪਰੇਸ਼ਾਨ ਹੋਣ ਲੱਗਾ। ਜਦੋਂ ਫਿਰ ਹਰਭਜਨ ਸਿੰਘ ਜੀ ਦੀ ਲੜਕੀ 4 ਸਾਲ ਦੀ ਹੋਈ ਤਾਂ ਸਾਰਾ ਪਰਿਵਾਰ ਉਸ ਬੇਟੀ ਦੇ ਲਈ ਬਹੁਤ ਹੀ ਪਰੇਸ਼ਾਨ ਰਹਿਣ ਲੱਗਿਆ। ਪਰਿਵਾਰ ਦੀ ਪਰੇਸ਼ਾਨੀ ਦੀ ਗੱਲ ਇਹ ਸੀ ਕਿ ਉਹ ਬੱਚੀ 4 ਸਾਲ ਦੀ ਹੋ ਚੁੱਕੀ ਸੀ, ਪਰ ਉਹ ਕੁਝ ਵੀ ਨਹੀਂ ਬੋਲਦੀ ਸੀ। ਫਿਰ ਪਰਿਵਾਰ ਦੇ ਮੈਂਬਰਾਂ ਨੇ ਬੱਚੀ ਨੂੰ ਕਿਸੇ ਵੱਡੇ ਡਾਕਟਰ ਨੂੰ ਦਿਖਾਇਆ। ਬੱਚੀ ਦੇ ਸਾਰੇ ਟੈਸਟ ਕਰਵਾਏ ਗਏ ਅਤੇ ਜੋ ਗੱਲ ਬਾਹਰ ਨਿਕਲ ਕੇ ਆਈ, ਜੋ ਟੈਸਟਾਂ ਦੇ ਵਿੱਚ ਆਇਆ, ਉਹ ਸਾਰੇ ਪਰਿਵਾਰ ਨੇ ਸੁਣ ਕੇ ਸਾਰਾ ਪਰਿਵਾਰ ਹੈਰਾਨੀ ਦੇ ਵਿੱਚ ਪੈ ਗਿਆ। ਡਾਕਟਰਾਂ ਨੇ ਦੱਸਿਆ ਕਿ ਬੱਚੀ ਦੇ ਬੋਲਣ ਦੇ ਪਿੱਛੇ ਇੱਕ ਕਾਰਨ ਹੈ ਕਿ ਬੱਚੀ ਸੁਣ ਵੀ ਨਹੀਂ ਸਕਦੀ। ਭਾਈ ਹਰਭਜਨ ਸਿੰਘ ਜੀ ਨੇ ਕਿਹਾ ਕਿ ਜੇਕਰ ਬੱਚੀ ਸੁਣਦੀ ਨਹੀਂ ਤਾਂ ਉਸ ਨੂੰ ਕੰਨ ਵਾਲੀ ਮਸ਼ੀਨ ਲਗਾ ਦਿਓ। ਡਾਕਟਰਾਂ ਨੇ ਜਵਾਬ ਦਿੱਤਾ ਕਿ ਉਸ ਦੀ ਸੁਣਨ ਦੀ ਸ਼ਕਤੀ ਪਿੱਛੋਂ ਹੀ ਨਹੀਂ ਹੈ, ਇਸ ਕਰਕੇ ਕਿਸੇ ਵੀ ਯੰਤਰ ਜਾਂ ਮਸ਼ੀਨ ਦੇ ਨਾਲ ਉਹ ਨਹੀਂ ਸੁਣ ਸਕਦੀ ਅਤੇ ਉਸ ਦਾ ਦੁਨੀਆ ਦੇ ਵਿੱਚ ਕੋਈ ਵੀ ਇਲਾਜ ਨਹੀਂ ਹੈ। ਡਾਕਟਰ ਨੇ ਉਸ ਦੇ ਇਲਾਜ ਤੋਂ ਇਨਕਾਰ ਕਰ ਦਿੱਤਾ। ਡਾਕਟਰਾਂ ਨੇ ਕਿਹਾ ਕਿ ਇਸ ਦਾ ਦੁਨੀਆ ਦੇ ਵਿੱਚ ਕੋਈ ਵੀ ਇਲਾਜ ਨਹੀਂ, ਤੁਹਾਡੀ ਬੇਟੀ ਸਾਰੀ ਉਮਰ ਹੀ ਇਦਾਂ ਰਹੇਗੀ। ਡਾਕਟਰ ਦੀ ਇਹ ਗੱਲ ਸੁਣ ਕੇ ਸਾਰਾ ਪਰਿਵਾਰ ਬਹੁਤ ਹੀ ਦੁਖੀ ਹੋਇਆ ਅਤੇ ਨਿਰਾਸ਼ ਹੋ ਚੁੱਕਾ ਸੀ ਤੇ ਭਾਈ ਹਰਭਜਨ ਸਿੰਘ ਜੀ ਹਰ ਪਾਸਿਓਂ ਨਿਰਾਸ਼ ਹੋ ਕੇ ਬੇਟੀ ਨੂੰ ਆਪਣੇ ਘਰ ਲੈ ਗਏ। ਕਾਫੀ ਦਿਨਾਂ ਬਾਅਦ ਭਾਈ ਹਰਭਜਨ ਸਿੰਘ ਜੀ ਗੁਰਦੁਆਰੇ ਸਾਹਿਬ ਵਿੱਚ ਮੱਥਾ ਟੇਕਣ ਗਏ ਤੇ ਉਹ ਇੱਕ ਪਾਸੇ ਹੋ ਕੇ ਬਹੁਤ ਹੀ ਨਿਰਾਸ਼ ਹੋ ਕੇ ਬੈਠ ਗਏ। ਉੱਥੇ ਦੇ ਗ੍ਰੰਥੀ ਸਿੰਘ ਨੇ ਉਹਨਾਂ ਦੇ ਦੁਖੀ ਹੋਣ ਦਾ ਕਾਰਨ ਪੁੱਛਿਆ ਤਾਂ ਭਾਈ ਸਾਹਿਬ ਨੇ ਗ੍ਰੰਥੀ ਸਿੰਘ ਨੂੰ ਦੱਸਿਆ ਕਿ ਗ੍ਰੰਥੀ ਸਿੰਘ ਜੀ ਹਰਭਜਨ ਸਿੰਘ ਜੀ ਦੀ ਸਾਰੀ ਗੱਲ ਸੁਣ ਕੇ ਕਹਿਣ ਲੱਗੇ ਕਿ ਤੁਸੀਂ ਆਪਣੇ ਘਰ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਓ ਕਿ ਗੁਰੂ ਸਾਹਿਬ ਸਤਿਗੁਰੂ ਮਹਾਰਾਜ ਸਭ ਕੁਝ ਠੀਕ ਕਰ ਦੇਣਗੇ। ਹਰਭਜਨ ਸਿੰਘ ਜੀ ਨੇ ਇੰਜ ਹੀ ਕੀਤਾ, ਪਰ ਪਾਠ ਕਰਵਾਉਣ ਤੋਂ ਬਾਅਦ ਵੀ ਕੁਝ ਨਾ ਹੋਇਆ ਤੇ ਉਹ ਹੁਣ ਜੀਵਨ ਤੋਂ ਨਿਰਾਸ਼ ਹੋ ਚੁੱਕੇ ਸਨ ਤੇ ਉਹਨਾਂ ਦਾ ਧਿਆਨ ਆਪਣੇ ਕੰਮ ਦੇ ਵਿੱਚ ਵੀ ਨਹੀਂ ਲੱਗ ਰਿਹਾ ਸੀ। ਇੱਕ ਦਿਨ ਜਿਹੜੇ ਗ੍ਰੰਥੀ ਸਿੰਘ ਨੇ ਉਹਨਾਂ ਨੂੰ ਸੁਖਮਨੀ ਸਾਹਿਬ ਦਾ ਪਾਠ ਕਰਵਾਉਣ ਦੇ ਲਈ ਕਿਹਾ ਸੀ, ਉਹ ਉਹਨਾਂ ਨੂੰ ਬਾਜ਼ਾਰ ਦੇ ਵਿੱਚ ਮਿਲੇ ਤਾਂ ਗ੍ਰੰਥੀ ਸਿੰਘ ਨੇ ਹਰਭਜਨ ਸਿੰਘ ਨੂੰ ਪੁੱਛਿਆ ਕਿ ਹੁਣ ਆਪ ਜੀ ਦੀ ਬੇਟੀ ਕਿਵੇਂ ਹੈ। ਹਰਭਜਨ ਸਿੰਘ ਜੀ ਨੇ ਮਾਯੂਸ ਹੋ ਕੇ ਕਿਹਾ, ਖਾਲਸਾ ਜੀ, ਪਤਾ ਨਹੀਂ ਸਾਡੇ ਨਾਲ ਕੀ ਹੋ ਰਿਹਾ ਹੈ, ਸਾਡੀ ਬੇਟੀ ਹਜੇ ਤੱਕ ਵੀ ਬੋਲਣ ਨਹੀਂ ਲੱਗੀ। ਹਰਭਜਨ ਸਿੰਘ ਜੀ ਕਹਿਣ ਲੱਗੇ, ਸਾਰਾ ਪਰਿਵਾਰ
ਬਹੁਤ ਚਿੰਤਾ ਦੇ ਵਿੱਚ ਹੈ ਤੇ ਹਰਭਜਨ ਸਿੰਘ ਜੀ ਗ੍ਰੰਥੀ ਸਿੰਘ ਜੀ ਦੇ ਕੋਲ ਰੋਣ ਲੱਗ ਪਏ। ਗ੍ਰੰਥੀ ਸਿੰਘ ਨੇ ਕਿਹਾ, ਜਿਹੜਾ ਕੰਮ ਕਿਸੇ ਦੇ ਦਰ ਤੇ ਨਾ ਹੋਵੇ, ਜਿਹੜਾ ਕੰਮ ਕਿਤੇ ਨਾ ਹੋਵੇ, ਸ਼੍ਰੀ ਗੁਰੂ ਰਾਮਦਾਸ ਜੀ ਦੇ ਘਰ ਪ੍ਰਤੱਖ ਹੁੰਦੇ ਦੇਖੇ ਹਨ। ਗੁਰੂ ਰਾਮਦਾਸ ਜੀ ਦਾ ਅਜਿਹਾ ਦਰ ਹੈ ਜਿੱਥੇ ਦੁਖੀਆਂ ਤੋਂ ਦੁਖੀ ਸਾਰੇ ਰੋਗ ਕੱਟੇ ਜਾਂਦੇ ਹਨ। ਉਹ ਕਹਿਣ ਲੱਗੇ, ਭਾਈ ਹਰਭਜਨ ਸਿੰਘ ਜੀ, ਤੁਸੀਂ ਬੇਟੀ ਨੂੰ ਲੈ ਕੇ ਦਰਬਾਰ ਸਾਹਿਬ ਜਾਓ ਅਤੇ ਉੱਥੇ ਜਾ ਕੇ ਬੇਟੀ ਨੂੰ ਇਸ਼ਨਾਨ ਕਰਵਾ ਕੇ ਪਰਿਕਰਮਾ ਦੇ ਵਿੱਚ ਬੈਠ ਕੇ ਬੇਟੀ ਨਾਲ ਸੁਖਮਨੀ ਸਾਹਿਬ ਜੀ ਦਾ ਪਾਠ ਕਰੋ ਅਤੇ ਜਦੋਂ ਤੱਕ ਪਾਠ ਖਤਮ ਨਾ ਹੋਵੇ ਤੁਸੀਂ ਉੱਥੋਂ ਉੱਠਣਾ ਨਹੀਂ। ਪਾਠ ਸਮਾਪਤ ਕਰਕੇ ਹੀ ਉੱਥੋਂ ਉੱਠਣਾ ਹੈ ਤੇ ਫਿਰ ਗੁਰੂ ਚਰਨਾਂ ਦੇ ਵਿੱਚ ਬੇਟੇ ਦੀ ਅਰਦਾਸ ਬੇਨਤੀ ਕਰਨੀ ਹੈ। ਹਰਭਜਨ ਸਿੰਘ ਜੀ ਪਹਿਲਾਂ ਕਦੇ ਵੀ ਦਰਬਾਰ ਸਾਹਿਬ ਨਹੀਂ ਗਏ ਸਨ, ਪਰ ਉਹਨਾਂ ਦਾ ਗੁਰੂ ਚਰਨਾਂ ਦੇ ਨਾਲ ਬਹੁਤ ਹੀ ਪਿਆਰ ਸੀ। ਉਹ ਭਾਈ ਸਾਹਿਬ ਦਰਬਾਰ ਸਾਹਿਬ ਬੇਟੀ ਨੂੰ ਲੈ ਕੇ ਪਹੁੰਚ ਗਏ। ਜਿਵੇਂ ਗ੍ਰੰਥੀ ਸਿੰਘ ਜੀ ਨੇ ਦੱਸਿਆ ਸੀ, ਐਵੇਂ ਹੀ ਉਹ ਸ੍ਰੀ ਗੁਰੂ ਰਾਮਦਾਸ ਜੀ ਦੇ ਸਰੋਵਰ ਤੇ 2 ਵਜੇ ਬੇਟੀ ਨੂੰ ਇਸ਼ਨਾਨ ਕਰਵਾਇਆ ਤੇ ਫਿਰ ਆਪ ਇਸ਼ਨਾਨ ਕਰਕੇ ਤੇ ਫਿਰ ਉਹ ਪਰਿਕਰਮਾ ਦੇ ਵਿੱਚ ਬੈਠ ਗਏ ਅਤੇ ਆਪਣੀ ਬੇਟੀ ਨੂੰ ਆਪਣੀ ਗੋਦ ਦੇ ਵਿੱਚ ਬਿਠਾ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਰਹੇ ਤੇ ਬੇਟੀ ਸੁਣਦੀ ਰਹੀ। ਭਾਈ ਸਾਹਿਬ ਜੀ ਇਕਾਗਰ ਚਿੱਤ ਹੋ ਕੇ ਪਾਠ ਕਰਦੇ ਰਹੇ, ਬੇਟੀ ਨੂੰ ਵੀ ਤੱਕਦੇ ਰਹੇ। ਪਾਠ ਦੇ ਦੌਰਾਨ 1-2 ਵਾਰ ਭਾਈ ਸਾਹਿਬ ਜੀ ਦੀ ਬੇਟੀ ਨੇ ਆਂਦੀਆਂ ਆਵਾਜ਼ਾਂ ਕੀਤੀਆਂ, ਜਿਵੇਂ ਬੱਚੇ ਕਰਦੇ ਹਨ ਉਵੇਂ ਹੀ ਕਰਦੀ ਰਹੀ, ਪਰ ਭਾਈ ਸਾਹਿਬ ਇਕਾਗਰਤ ਹੋ ਕੇ ਪਾਠ ਕਰਦੇ ਰਹੇ। ਫਿਰ ਪਾਠ ਕਰਨ ਦੇ ਵਿਚਕਾਰ ਗੁਰੂ ਘਰ ਦੇ ਸੇਵਾਦਾਰ ਸਫਾਈ ਕਰਨ ਦੇ ਲਈ ਸੰਗਤਾਂ ਨੂੰ ਪਰਿਕਰਮਾ ਵਿੱਚੋਂ ਉਠਾਣ ਲੱਗੇ ਅਤੇ ਫਰਸ਼ ਤੇ ਪਾਣੀ ਮਾਰ ਕੇ ਸਫਾਈ ਕਰਨ ਲੱਗੇ। ਉਹਨਾਂ ਨੇ ਭਾਈ ਸਾਹਿਬ ਜੀ ਨੂੰ ਉੱਠਣ ਦੇ ਲਈ ਕਿਹਾ, ਪਰ ਭਾਈ ਸਾਹਿਬ ਜੀ ਉੱਥੋਂ ਨਾ ਉੱਠੇ ਅਤੇ ਇਕਾਗਰ ਚਿੱਤ ਹੋ ਕੇ ਪਾਠ ਕਰਦੇ ਰਹੇ। ਭਾਈ ਸਾਹਿਬ ਜੀ ਦੇ ਸਾਰੇ ਕੱਪੜੇ ਪਾਣੀ ਦੇ ਨਾਲ ਗਿੱਲੇ ਹੋ ਗਏ, ਪਰ ਉਹਨਾਂ ਨੇ ਪਾਠ ਕਰਨਾ ਨਾ ਛੱਡਿਆ। ਉਹ ਪਾਠ ਕਰਦੇ ਕਰਦੇ ਬੇਟੀ ਵੱਲ ਦੇਖਦੇ ਰਹੇ ਕਿ ਕੋਈ ਚਮਤਕਾਰ ਹੋਵੇਗਾ, ਪਰ ਕੋਈ ਵੀ ਨਾ ਹੋਇਆ। ਫਿਰ ਭਾਈ ਸਾਹਿਬ ਜੀ ਦਾ ਪਾਠ ਸੰਪੂਰਨ ਹੋ ਗਿਆ। ਫਿਰ ਉਹਨਾਂ ਸੋਚਿਆ ਕਿ ਮੈਨੂੰ ਅਰਦਾਸ ਕਰ ਲੈਣੀ ਚਾਹੀਦੀ ਹੈ। ਉਹਨਾਂ ਨੇ ਫਿਰ ਅਰਦਾਸ ਕੀਤੀ, ਪਰ ਫਿਰ ਵੀ ਉਹਨਾਂ ਦੀ ਬੱਚੀ ਨਹੀਂ ਬੋਲਣ ਲੱਗੀ ਤੇ ਫਿਰ ਉਹਨਾਂ ਨੇ ਸੋਚਿਆ ਕਿ ਮੈਨੂੰ ਅੰਦਰ ਜਾ ਕੇ ਬੱਚੀ ਦਾ ਮੱਥਾ ਟਿਕਾਉਣਾ ਚਾਹੀਦਾ ਹੈ ਤੇ ਫਿਰ ਉਹਨਾਂ ਨੇ ਅੰਦਰ ਜਾ ਕੇ ਬੱਚੀ ਨੂੰ ਮੱਥਾ ਟਿਕਾਇਆ। ਪਰ ਜਿਹੋ ਜਿਹੇ ਚਮਤਕਾਰ ਦੀ ਉਹਨਾਂ ਨੇ ਕਲਪਨਾ ਕੀਤੀ ਸੀ, ਅਜਿਹਾ ਕੁਝ ਵੀ ਨਾ ਹੋਇਆ। ਇਹ ਸਭ ਕੁਝ ਦੇਖ ਕੇ ਭਾਈ ਹਰਭਜਨ ਸਿੰਘ ਜੀ ਬਹੁਤ ਹੀ ਨਿਰਾਸ਼ ਹੋ ਗਏ ਕਿ ਬੱਚੀ ਇੱਥੇ ਵੀ ਆ ਕੇ ਬੋਲਣ ਨਾ ਲੱਗੀ। ਫਿਰ ਭਾਈ ਹਰਭਜਨ ਸਿੰਘ ਜੀ ਵਾਪਿਸ ਰਾਜਸਥਾਨ ਆ ਗਏ। ਫਿਰ ਅਜਿਹੀ ਘਟਨਾ ਘਟੀ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ। ਫਿਰ 6 ਮਹੀਨਿਆਂ ਬਾਅਦ ਉਹ ਬੱਚੀ ਥੋੜਾ ਥੋੜਾ ਬੋਲਣ ਲੱਗੀ ਅਤੇ ਜੋ ਪਹਿਲਾ ਸ਼ਬਦ ਬੋਲਿਆ, ਮੰਮੀ ਮੰਮੀ, ਸਾਰਾ ਪਰਿਵਾਰ ਹੈਰਾਨ ਰਹਿ ਗਿਆ। ਫਿਰ ਹਰਭਜਨ ਸਿੰਘ ਬੇਟੀ ਨੂੰ ਉਸੇ ਡਾਕਟਰ ਦੇ ਕੋਲ ਦਿਖਾਉਣ ਦੇ ਲਈ ਲੈ ਕੇ ਗਿਆ ਜੋ ਕਹਿੰਦਾ ਸੀ ਕਿ ਬੱਚੀ ਕਦੇ ਵੀ ਨਹੀਂ ਬੋਲੇਗੀ। ਡਾਕਟਰਾਂ ਨੇ ਚੈੱਕ ਕੀਤਾ ਤਾਂ ਉਹ ਵੀ ਹੈਰਾਨ ਰਹਿ ਗਏ। ਉਸਨੇ ਦੱਸਿਆ ਕਿ ਆਪ ਜੀ ਦੀ ਬੇਟੀ ਬਿਲਕੁਲ ਠੀਕ ਹੋ ਚੁੱਕੀ ਹੈ। ਉਹ ਕਹਿਣ ਲੱਗਿਆ ਕਿ ਇਹ ਕਿੰਜ ਹੋ ਗਿਆ। ਡਾਕਟਰਾਂ ਨੇ ਦੱਸਿਆ ਕਿ ਆਪ ਜੀ ਦੀ ਬੇਟੀ ਹੁਣ ਬੋਲਣ ਲੱਗੀ ਹੈ, ਤਾਂ ਇਸ ਦਾ ਮਤਲਬ ਹੈ ਅੱਜ ਤੋਂ ਕੋਈ 6 ਮਹੀਨੇ ਜਾਂ ਸਾਲ ਪਹਿਲਾਂ ਇਹ ਠੀਕ ਹੋ ਚੁੱਕੀ ਸੀ। ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਜੋ ਰਿਪੋਰਟਾਂ ਦੇ ਵਿੱਚ ਪਹਿਲਾਂ ਸੀ ਉਸ ਦੇ ਬਿਲਕੁਲ ਉਲਟ ਰਿਪੋਰਟਾਂ ਦੇ ਵਿੱਚ ਹੁਣ ਆਇਆ ਤੇ ਇਸ ਦੇ ਕੰਮ ਬਿਲਕੁਲ ਠੀਕ ਹੋ ਚੁੱਕੇ ਹਨ। ਇਸ ਕਰਕੇ ਇਹ ਗੱਲਾਂ ਤੁਹਾਡੀਆਂ ਪਿਛਲੇ 6 ਮਹੀਨੇ ਤੋਂ ਸੁਣ ਰਹੀ ਹੈ। ਇਹ ਗੱਲਾਂ ਤੁਹਾਡੀਆਂ ਤੇ ਤੁਹਾਡੇ ਮੂੰਹ ਦੇ ਐਕਸਪ੍ਰੈਸ਼ਨ ਤੋਂ ਕੈਚ ਕਰੇਗੀ, ਜਿਸ ਦੇ ਕਾਰਨ ਇਸ ਨੂੰ ਬੋਲਣ ਦੀ ਸਮਝ ਆਈ ਹੈ ਤੇ ਇਹਨੇ ਬੋਲਣਾ ਸਟਾਰਟ ਕਰੇਗੀ। ਇਹ ਸਾਰੀ ਗੱਲ ਸੁਣ ਕੇ ਭਾਈ ਹਰਭਜਨ ਸਿੰਘ ਜੀ ਨੂੰ ਸਮਝ ਆ ਗਈ ਕਿ ਮੇਰੀ ਬੇਟੀ ਦਾ ਉਦੋਂ ਹੀ ਸਹੀ ਹੋ ਗਈ ਸੀ ਜਦੋਂ ਦਰਬਾਰ ਸਾਹਿਬ ਮੱਥਾ ਟੇਕਣ ਗਏ ਸਨ, ਪਰ ਉਹਨਾਂ ਨੂੰ ਇਹ ਪਤਾ ਚੱਲ ਗਿਆ ਸੀ ਕਿ ਉਹ ਹੀ ਇਹ ਗੱਲ ਸਮਝ ਨਾ ਪਾਏ ਤੇ ਉਹ ਫਿਰ ਆਪਣੀ ਬੇਟੀ ਨੂੰ ਲੈ ਕੇ ਦਰਬਾਰ ਸਾਹਿਬ ਮੱਥਾ ਟੇਕਣ ਆਏ, ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ। ਇਸ ਤਰ੍ਹਾਂ ਦੇ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਨਵੀਂ ਵੀਡੀਓ ਲੈ ਕੇ ਜਲਦੀ ਹੀ ਆਵਾਂਗੇ।
ਉਦੋਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।